ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 13 ਅਗਸਤ 2024 29 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਆ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਿਹੜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਟਲਾਂਟਾ ਜਾਰਜੀਆ ਤੋਂ ਸਰਦਾਰ ਕੁਲਦੀਪ ਸਿੰਘ ਜੋਹਰਾ ਨੂੰ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਜਿਹੜੀ ਹੈ ਸਪੋਰਟ ਦੀ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਦੀਪ ਸਿੰਘ ਜੋਹਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 15 ਅਗਸਤ 1947 ਨੂੰ ਜਿਹੜਾ ਭਾਰਤ ਆਜ਼ਾਦ ਹੋਇਆ ਸੀ ਔਰ 15 ਅਗਸਤ 1947 ਨੂੰ ਸਿੱਖ ਕੌਮ ਫਿਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਜਿਹੜੀ ਗੁਲਾਮੀ 'ਚ ਆ ਫਸੀ। ਸੋ ਅੰਗਰੇਜ਼ਾਂ ਦੇ ਰਾਜ ਚੋਂ ਹਿੰਦੂ ਰਾਜ ਤੱਕ ਸਿੱਖਾਂ ਦੇ ਦੁਖਾਂਤ ਦੀ ਜਿਹੜੀ ਕਹਾਣੀ ਦੇ ਇੱਕ ਚਸ਼ਮਦੀਦ ਗਵਾਹ ਹਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਜੀ। ਸੋ ਅੱਜ ਤੋਂ ਠੀਕ 38 ਸਾਲ ਪਹਿਲਾਂ 13 ਅਗਸਤ 1986 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਦੀ ਉਦੋਂ ਦੀ ਔਰ ਫਿਰ ਹੁਣ ਦੀ ਜਿਹੜੀ ਤਰਾਸਦੀ ਦੀ ਗੱਲ ਆਪਾਂ ਕਰਾਂਗੇ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਪ੍ਰੋਗਰਾਮ ਕੱਲ੍ਹ ਦਾ ਮਿਸ ਕੀਤਾ। ਕਈ ਵਾਰ ਕੁਛ ਹਾਲਾਤ ਇਸ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਨੂੰ ਬਿਆਨਿਆ ਨਹੀਂ ਜਾ ਸਕਦਾ। ਉਹਨਾਂ ਨੂੰ ਤੁਸੀਂ ਮਨ ਦੀ ਮੌਜ ਦੀ ਕੈਟਾਗਰੀ 'ਚ ਵੀ ਸ਼ਾਮਲ ਕਰ ਸਕਦੇ ਹੋ। ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਇਸ ਤੋਂ ਪਹਿਲਾਂ ਕਿ ਅਸੀਂ ਉਸ ਲੈਜੈਂਡਰੀ ਫਿਗਰ ਹਿਸਟੋਰੀਕਲ ਫਿਗਰ ਜਿਨ੍ਹਾਂ ਦੀ ਕਹਾਣੀ ਅਸਲ 'ਚ ਸਿੱਖ ਕੌਮ ਦੇ ਦੁਖਾਂਤ ਦੀ ਕਹਾਣੀ ਹੈ ਸਰਦਾਰ ਕਪੂਰ ਸਿੰਘ ਉਹਨਾਂ ਦੀ ਜ਼ਿੰਦਗੀ ਬਾਰੇ ਜਾਂ ਉਹਨਾਂ ਦੇ ਜੀਵਨ ਕਾਲ 'ਚ ਜੋ ਕੁਝ ਉਹਨਾਂ ਨੇ ਵਾਰਨ ਕੀਤਾ ਅੱਜ ਬੇਸ਼ੱਕ ਉਹਨਾਂ ਨੂੰ ਸਾਥੋਂ 38 ਵਰ੍ਹੇ ਹੋ ਚੁੱਕੇ ਨੇ। ਅਸੀਂ ਵੀ ਉੱਥੇ ਹੀ ਖੜ੍ਹੇ ਹਾਂ। ਅੱਜ ਵੀ ਉਹੀ ਗਲਤੀਆਂ ਰਿਪੀਟ ਹੋ ਰਹੀਆਂ ਨੇ ਪਿਛਲੀ ਲੀਡਰਸ਼ਿਪ ਨੇ ਵੀ ਕੀਤੀਆਂ। 47 ਦੌਰ ਦੀ ਗੱਲ ਵੀ ਅਕਸਰ ਅਸੀਂ ਕਰਦੇ ਪਰ ਉਸ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਰਦਾਰ ਕੁਲਦੀਪ ਸਿੰਘ ਐਟਲਾਂਟਾ ਜਾਰਜੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅਸੀਂ ਜਦੋਂ ਵੀ ਜਿੱਥੇ ਜਾਂਦੇ ਜਿਹੜੀ ਵੀ ਕੰਟਰੀਬਿਊਸ਼ਨ ਟੀਵੀ 84 ਦੇ ਲਈ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਸਪਾਂਸਰਸ਼ਿਪ ਦੇ ਕੈਟਾਗਰੀ 'ਚ ਹੀ ਰੱਖਦੇ ਔਰ ਸਾਡੀ ਐਟਲਾਂਟਾ ਫੇਰੀ ਵੇਲੇ ਅਸੀਂ ਆਲਰੇਡੀ ਸਾਰਿਆਂ ਦੀਆਂ ਸੇਵਾਵਾਂ ਨੂੰ ਐਕਨੋਲੇਜ ਕੀਤਾ ਹੋਇਆ ਪਰ ਫਿਰ ਵੀ ਮੈਂ ਸਮਝਦਾ ਵੀ ਸਾਡਾ ਇਹ ਇਖਲਾਕੀ ਫਰਜ਼ ਹੈ। ਸਰ ਕੁਲਦੀਪ ਸਿੰਘ ਸਾਡੇ ਹੋਸਟ ਵੀ ਹੁੰਦੇ ਨੇ ਔਰ ਜਿਹੜਾ ਪ੍ਰੋਗਰਾਮ ਐਟਲਾਂਟਾ 'ਚ ਲਿਖਿਆ ਜਾਂਦਾ ਹੈ ਅਸਲ 'ਚ
ਉਸ ਦੇ ਉਹ ਸਰਗੜੇ ਹੁੰਦੇ ਨੇ, ਉਹਨੂੰ ਲੀਡ ਕਰਦੇ ਨੇ ਔਰ ਉਹਨਾਂ ਦਾ ਪਿਆਰਾ ਪਰਿਵਾਰ, ਉਹਨਾਂ ਦੀ ਪਿਆਰੀ ਬੱਚੀ ਬੇਟਾ ਦੋਨੋਂ ਹੀ ਜਿਹੜੇ ਨੇ ਉਹ ਸਾਡੇ ਲਈ ਜਿਹੜਾ ਹੈ ਉਹ ਜਿਹਨੂੰ ਮੈਂ ਇਹ ਕਹਾਂ ਕਿ ਜਿਸ 'ਚੋਂ ਤੁਸੀਂ ਹੋਪ ਦੇਖਦੇ ਹੋ ਜ਼ਿੰਦਗੀ ਦੀ, ਖਾਸ ਤੌਰ 'ਤੇ ਉਹਨਾਂ ਦੀ ਬੇਟੀ ਵੱਡੀ ਹੈ ਪਹਿਰ ਕੌਰ, ਬਿਲਕੁਲ ਜਿਵੇਂ ਕੁਲਦੀਪ ਸਿੰਘ, ਬੀਬੀ ਅੰਮ੍ਰਿਤ ਕੌਰ ਉਸ ਦੀ ਪਰਵਰਿਸ਼ ਕਰ ਰਹੇ ਨੇ ਬੱਚਿਆਂ ਦੀ, ਔਰ ਜਿਵੇਂ ਉਸ ਦਾ ਗੁਰਬਾਣੀ ਨਾਲ ਲਗਾਵ ਹੈ, ਸਿੱਖ ਇਤਿਹਾਸ ਨਾਲ ਲਗਾਵ ਹੈ, ਜਿਸ ਲੈਵਲ ਦੀ ਸੈਂਸਿਟੀਵਿਟੀ ਹੈ ਸਾਰੇ ਹੀ ਸਰਾਊਂਡਿੰਗ ਦੇ ਲਈ, ਸੋ ਫਖਰ ਮਹਿਸੂਸ ਹੁੰਦਾ ਹੈ। ਔਰ ਇਸ ਗੱਲ ਦਾ ਕਿਤੇ ਨਾ ਕਿਤੇ ਤਸੱਲੀ ਦਾ ਇਜ਼ਹਾਰ ਵੀ ਅਸੀਂ ਕਰਦੇ ਹਾਂ ਕਿ ਭਾਈ ਸਾਡੀਆਂ ਅਗਲੀਆਂ ਜਨਰੇਸ਼ਨਸ ਜਿਹੜੀਆਂ ਨੇ ਉਹ ਵੀ ਇਸ ਪਾਸੇ ਤੁਰੀਆਂ ਹੋਈਆਂ ਨੇ। ਬਿਲਕੁਲ। ਔਰ ਸਮੁੱਚੀ ਸੰਗਤ ਐਟਲਾਂਟਾ ਦੀ ਭਾਵੇਂ ਸਾਲ 'ਚ ਸਾਡਾ ਇੱਕ ਵਾਰ ਜਾਣਾ ਹੁੰਦਾ ਹੈ, ਇੰਤਹਾ ਪਿਆਰ ਕਰਦੀ ਹੈ ਔਰ ਜਿੰਨਾ ਮਾਣ ਸਤਿਕਾਰ ਹੁੰਦਾ ਹੈ ਅਸੀਂ ਵੀਰ ਕੁਲਦੀਪ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਬਹੁਤ ਵਾਰ ਇਹ ਠੀਕ ਹੈ ਕਿ ਜਿਹੜੀ ਸ਼ਖਸੀਅਤ ਪ੍ਰਸਤੀ ਹੈ ਕਿ ਕਿਸੇ ਇੱਕ ਬੰਦੇ 'ਚ ਆਸਥਾ ਜਾਂ ਕਿਸੇ ਬੰਦੇ ਦੀ ਵਰਸ਼ਿਪ, ਉਸ ਨੂੰ ਗੁਰੂ ਨੇ ਵਰਜਿਤ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਅਸੀਂ ਜਦੋਂ ਗੁਰੂ ਸਾਹਿਬਾਨ ਨੂੰ ਵੀ ਯਾਦ ਕਰਦੇ ਹਾਂ, 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਹੁੰਦਾ ਹੈ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਹਾਲਾਂਕਿ ਗੁਰੂ ਸਾਹਿਬਾਨ ਖੁਦ ਰੱਬ ਦਾ ਰੂਪ ਨੇ। ਅਸੀਂ ਇਹ ਵੀ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦਾ ਫਰਮਾਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਕਿ ਉਹ ਇਲਾਹੀ ਜੋਤ ਪ੍ਰਗਟ ਹੁੰਦੀ ਹੈ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਲੇਕਿਨ ਰੱਬ ਦੀ ਜ਼ਾਤ ਜਾਂ ਰੱਬ ਦੀ ਜਿਹੜੀ ਹੋਂਦ ਹੈ ਉਸ ਦਾ ਕੋਈ ਸ਼ਰੀਕ ਨਹੀਂ ਹੈ। ਇਹ ਗੱਲ ਗੁਰੂ ਸਾਹਿਬਾਨ ਨੇ ਵੀ ਔਰ ਬਾਣੀ 'ਚ ਵੀ ਅਸੀਂ ਪੜ੍ਹਦੇ ਹਾਂ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਕਿ ਰੱਬ ਜੂਨ ਦੇ ਵਿੱਚ ਆਉਂਦਾ ਹੈ। ਇਸ ਲਈ ਅਸੀਂ ਜਿਹੜਾ ਅਕਾਲ ਪੁਰਖ ਦਾ ਰੂਪ ਵੀ ਯਾਦ ਕਰਦੇ ਹਾਂ ਆਪਣੀ ਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ, ਮੂਲ ਮੰਤਰ ਦੇ ਵਿੱਚ। ਉਹ ਨਿਰਭਉ ਨਿਰਵੈਰ ਤਾਂ ਹੈ ਹੀ ਹੈ, ਪਰ ਅਜੂਨੀ ਸਹਿ ਭੰਗ ਵੀ ਹੈ ਕਿ ਉਹ ਜੂਨ 'ਚ ਨਹੀਂ ਆਉਂਦਾ। ਬਿਲਕੁਲ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਬੰਦਾ, ਇਹ ਤਾਂ ਗੁਰੂ ਸਾਹਿਬਾਨ ਨੇ ਹੀ ਸਾਨੂੰ ਵਰਜਿਤ ਕੀਤਾ ਹੈ ਕਿ ਭਾਈ ਉਹਨਾਂ ਨੂੰ ਅਸੀਂ ਅਕਾਲ ਪੁਰਖ ਨਹੀਂ ਕਹਿਣਾ ਹੈ। ਅਕਾਲ ਪੁਰਖ ਦੀਆਂ ਸਾਜੀਆਂ ਹੋਈਆਂ, ਭੇਜੀਆਂ ਹੋਈਆਂ ਇਹ ਡਿਵਾਈਨ ਰੂਹਾਂ ਨੇ। ਤੇ ਫਿਰ ਜਿਹੜੇ ਗੁਰੂ ਕੇ ਸਿੱਖ ਜਾਂ ਗੁਰੂ ਕੀਆਂ ਸਿੰਘਣੀਆਂ ਜਿਨ੍ਹਾਂ ਨੇ ਵੱਡੇ ਵੱਡੇ ਰੋਲ ਅਦਾ ਕੀਤੇ ਨੇ, ਉਹ ਸਾਡੇ ਬੀਤੇ ਦੇ ਇਤਿਹਾਸ 'ਚ ਹੋਣ, ਅੱਜ ਦੇ ਇਤਿਹਾਸ 'ਚ ਹੋਣ, ਬਿਲਕੁਲ, ਜਦੋਂ ਅਸੀਂ ਉਹਨਾਂ ਵੱਲ ਦੇਖਦੇ ਹਾਂ, ਉਹਨਾਂ ਦੀ ਗੱਲ ਕਰਦੇ ਹਾਂ, ਉਹ ਸਾਡੇ ਲਈ ਮਾਰਗ ਦਰਸ਼ਕ ਤਾਂ ਨੇ, ਰਾਹ ਦਸੇਰਾ ਨੇ, ਸਾਡੇ ਲਈ ਰਾਹਨੁਮਾ ਨੇ, ਜਿਹਨੂੰ ਅਸੀਂ ਰਹਿਨੁਮਾ ਕਹਿ ਦਿੰਦੇ ਹਾਂ, ਵੈਸੇ ਰਾਹਨੁਮਾਈ ਕਿ ਜਿਹੜਾ ਸਾਨੂੰ ਰਸਤਾ ਦੱਸੇ। ਅਸੀਂ ਉਸ ਦੇ ਉੱਤੇ ਜਿਹੜਾ ਆਪਣਾ ਯਕੀਨ ਕਰਦੇ ਹਾਂ। ਲੇਕਿਨ ਫਿਰ ਵੀ ਕੁਝ ਸ਼ਖਸੀਅਤਾਂ ਇੰਨੀਆਂ ਪਾਰ ਐਕਸਲੈਂਟ ਹੁੰਦੀਆਂ ਨੇ ਜਿਨ੍ਹਾਂ ਬਾਰੇ ਇੱਕ ਉਰਦੂ ਦਾ ਕਪਲੇਟ ਅਕਸਰ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਹੁੰਦਾ ਹੈ, ਜਾਂ ਮੈਂ ਈਵਨ ਇੰਟੈਲੈਕਚੁਅਲ ਜਾਂ ਫਿਲਸੋਫੀਕਲ ਫੀਲਡ 'ਚ ਸਰ ਕਪੂਰ ਸਿੰਘ ਦਾ ਵੀ ਜ਼ਿਕਰ ਕਰਦਾ, ਅਤੇ ਇਹ ਲਫ਼ਜ਼ ਮਨ ਦੇ ਉੱਤੇ ਆਉਂਦੇ ਨੇ ਕਿ ਤੁਮੇ ਖੁਦਾ ਤੋਂ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਹੁਣ ਇਹ ਜਿਹੜੀ ਸ਼ਾਨ ਹੈ ਖੁਦਾਈ ਸ਼ਾਨ, ਕਿਉਂਕਿ ਸ਼ਾਨ ਤਾਂ ਖੁਦਾ ਦੀ ਹੈ, ਕਿਉਂਕਿ ਜਿਹੜਾ ਇਨਸਾਨ ਰੱਬ ਵਾਲੇ ਗੁਣਾਂ ਦੇ ਨਾਲ ਭਰਪੂਰ ਹੋਏ, ਔਰ ਇਹ ਇਕੱਲਾ ਜੀਵਨ ਦੇ ਲਈ ਵੀ ਹੈ, ਔਰ ਜਿਹੜੇ ਸ਼ਹੀਦ ਦੀ ਗੱਲ ਵੀ ਹੁੰਦੀ ਹੈ ਕਿ ਜਦੋਂ ਸ਼ਹੀਦ ਦੀ ਵੀ ਇੱਕ ਸ਼ਾਨ ਹੈ, ਜਿਸ ਬਾਰੇ फैज़ अहमद फैज़ का ये शेर है कि जिस धज से कोई मकतल में गया वो शान सलामत रहती है, इस जान की तो कोई बात नहीं, ये जान तो आनी जानी। धज शान ਨੂੰ ਹੀ ਕਹਿੰਦੇ ਨੇ ਕਿ ਜਿਸ ਧਜ ਦੇ ਨਾਲ ਸ਼ਾਨ ਦੇ ਨਾਲ ਕੋਈ ਗਿਆ। ਸੋ ਕਿਉਂਕਿ ਇਹ ਜਿਹੜੇ ਰੱਬ ਦੇ ਰਸਤੇ ਦੇ ਪਾਂਧੀ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਉਹ ਕੁਛ ਰੁਕਾਵਟਾਂ ਆਉਂਦੀਆਂ ਨੇ, ਚੈਲੰਜਸ ਆਉਂਦੇ ਨੇ, ਲੇਕਿਨ ਉਹ ਨਾ ਆਪਣੇ ਅਸੂਲਾਂ ਨਾਲ ਸਮਝੌਤਾ ਕਰਦੇ ਨੇ, ਨਾ ਰੱਬ ਪ੍ਰਸਤੀ ਨੂੰ ਛੱਡਦੇ ਨੇ, ਨਾ ਉਹ ਗਿਵ ਅਪ ਕਰਦੇ ਨੇ। ਔਰ ਉਹ ਉਹਨਾਂ ਦੇ ਸਾਹਮਣੇ ਇਹ ਹੁੰਦਾ ਕਿ ਭਾਈ ਅਸੀਂ
ਜਿਹੜਾ ਉਹ ਸੱਚੀ ਦਰਗਾਹ ਦੇ ਵਿੱਚ ਉਸ ਸੱਚੇ ਪਰਵਰਦਗਾਰ ਨੂੰ ਜਵਾਬਦੇਹ ਹੋਣਾ ਹੈ। ਇਸ ਲਈ ਸਾਡਾ ਜੀਵਨ ਸੱਚ, ਹੱਕ, ਇਨਸਾਫ ਦੇ ਮਾਰਗ ਤੇ ਚੱਲਣ ਵਾਲਾ ਹੋਵੇ। ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਬਹੁਤ ਵਾਰ ਜਿਹੜਾ ਕੋਈ ਕਿਸੇ ਦਾ ਭਗਤ ਹੁੰਦਾ ਹੈ ਜਾਂ ਕਿਸੇ ਦਾ ਗੁਣ ਗਾਇਨ ਕਰਦਾ ਹੈ, ਇੱਕ ਸ਼ਖਸੀਅਤ ਪ੍ਰਸਤੀ ਕਲਟ ਨੂੰ ਜਨਮ ਦਿੰਦੀ ਹੈ। ਕਲਟ ਦੇ ਦੁਆਲੇ ਫਿਰ ਤੁਸੀਂ ਦੇਖਦੇ ਹੋ ਕਿ ਉਸ ਕਿਸਮ ਦੇ ਲੋਕ, ਜਿਵੇਂ ਅਸੀਂ ਜੇ ਇੱਥੋਂ ਦੇ ਵਾਈਟ ਅਮਰੀਕਨਸ ਜਾਂ ਅਦਰਵਾਈਜ਼ ਜਿਹੜੇ ਲੋਕ ਯੋਗੀ ਭਜਨ ਦੀ ਸਪੈਲ ਥੱਲੇ ਆਏ, ਬੇਸ਼ੱਕ ਯੋਗੀ ਭਜਨ ਨੇ ਸੌਦਾ ਤਾਂ ਸਿੱਖੀ ਦਾ ਹੀ ਵੇਚਣ ਦੀ ਕੋਸ਼ਿਸ਼ ਕੀਤੀ, ਬ੍ਰਾਂਡ ਆਪਣਾ ਬਣਾ ਕੇ, ਔਰ ਉਹ ਉਹਦੇ ਨਾਲ ਜੁੜ ਗਏ ਔਰ ਉਹਨਾਂ ਨੇ ਇਸ ਕਿਸਮ ਦਾ ਗਰੂਮ ਵੀ ਕੀਤਾ ਕਿ ਭਾਈ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਔਰ ਯੋਗਾ ਗੁਰੂ ਔਰ ਫਲਾਣਾ ਗੁਰੂ। ਲੇਕਿਨ ਹੁੰਦਾ ਕੀ ਹੈ ਕਿ ਜਦੋਂ ਕੋਈ ਕਿਸੇ ਸ਼ਖਸੀਅਤ ਦੇ ਨਾਲ ਜੁੜਦਾ ਹੈ, ਭਾਵੇਂ ਉਹ ਸ਼ਖਸੀਅਤ ਇੱਕ ਸਟੇਜ ਤੇ ਲੱਗ ਰਿਹਾ ਹੋਏ ਕਿ ਵੀ ਦੂਸਰੇ ਪਾਸੇ ਜੋੜ ਰਹੀ ਹੈ, ਪਰ ਉਸ ਦੀ ਫਿਕਸੇਸ਼ਨ ਉਸ ਸ਼ਖਸੀਅਤ 'ਚ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਕਾਰਡ ਹੋਲਡਰ ਹੁੰਦੇ ਨੇ, ਜਿਵੇਂ ਅਸੀਂ ਕਿਸੇ ਲਈ ਇਸਤੇਮਾਲ ਕਰਦੇ ਸੀ ਜੀ ਕਮਿਊਨਿਸਟ ਕਾਰਡ ਹੋਲਡਰ ਹੈ, ਉਹਨਾਂ ਦੇ ਲਈ ਕਮਿਊਨਿਜ਼ਮ ਦੀ ਥਿਊਰੀ ਔਰ ਮਾਰਕਸ ਔਰ ਲੈਨਿਨ ਔਰ ਮਾਓ ਜ਼ੇ ਤੁੰਗ, ਬੇਸ਼ੱਕ ਉਹ ਇਹ ਤਾਂ ਕਲੇਮ ਕਰਦੇ ਸੀ ਵੀ ਅਸੀਂ ਕਿਸੇ ਰੱਬ ਨੂੰ ਨਹੀਂ ਮੰਨਦੇ, ਕੋਈ ਸਾਡਾ ਆਸਤਕ ਯਕੀਨ ਨਹੀਂ ਹੈ, ਪਰ ਜਿਨ੍ਹਾਂ ਨੂੰ ਉਹਨਾਂ ਨੇ ਰੱਬ ਬਣਾਇਆ, ਅਲਟੀਮੇਟਲੀ ਜਦੋਂ ਉਹ ਫੇਲਿਅਰ ਹੋਏ ਤੇ ਉਹਨਾਂ ਦੇ ਲਈ ਫਿਰ ਕੋਈ ਥਾਂ ਨਹੀਂ ਹੁੰਦੀ, ਜਾਂ ਬਹੁਤ ਸਾਰੇ ਜਿਹੜੇ ਨੇ ਫਿਰ ਇੱਕ ਥਾਂ ਤੋਂ ਡਿੱਗ ਕੇ ਐਸਾ ਥੱਲੇ ਡਿੱਗਦੇ ਨੇ ਵੀ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ। ਕੁਝ ਸ਼ਖਸੀਅਤਾਂ ਜਿਨ੍ਹਾਂ ਨੇ ਜ਼ਿੰਦਗੀ ਨੂੰ ਵੀ ਇਮਾਨਦਾਰੀ ਨਾਲ ਜੀਵਿਆ ਔਰ ਆਪਣੀ ਕੌਮ ਦੇ ਲਈ ਕੁਛ ਕਰ ਗੁਜ਼ਰਨ ਦੀ ਭਾਵਨਾ ਦੇ ਥੱਲੇ ਉਹਨਾਂ ਨੇ ਕੌਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ, ਆਪਣਾ ਰੋਲ ਨਿਭਾਇਆ। ਹਰ ਇੱਕ ਦਾ ਇੱਕ ਆਪਣਾ ਰੋਲ ਹੈ। ਔਰ ਜਦੋਂ ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਨੰਦਪੁਰ ਸਾਹਿਬ ਦੀ ਧਰਤੀ, ਜਿਸ ਦੇ ਉੱਤੇ ਭਾਈ ਕਨ੍ਹਈਆ ਦੀ ਪਾਣੀ ਦੀ ਮਸ਼ਕ ਸੱਜਣ ਤੇ ਦੁਸ਼ਮਣ ਦੋਨਾਂ ਨੂੰ ਦੀ ਸੇਵਾ ਦੇ ਵਿੱਚ ਹੋ ਕੇ ਆਪਣੇ ਪਿਆਰੇ ਨੂੰ ਰਿਝਾ ਰਹੀ ਹੈ, ਭਾਈ ਨੰਦ ਲਾਲ ਜੀ ਦੀ ਕਲਮ ਚੱਲ ਰਹੀ ਹੈ ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਉਹਨਾਂ ਤਵਿਆਂ ਨੂੰ ਕੱਟ ਕੇ ਉਸ ਕੌਮ ਦੀ ਆਜ਼ਾਦੀ ਦੇ ਲਈ ਜਿਹੜਾ ਹੈ ਉਹ ਇੱਕ ਇਤਿਹਾਸ ਸਿਰਜ ਰਿਹਾ ਹੈ, ਪਰ ਸਾਰੇ ਹੀ ਆਪਣੇ ਪ੍ਰੀਤਮ ਪਿਆਰੇ ਨੂੰ ਰਿਝਾ ਰਹੇ ਨੇ। ਬਿਲਕੁਲ। ਅਸੀਂ 175 ਸਾਲ ਪਹਿਲਾਂ ਦੀ ਜਦੋਂ ਸਿੱਖ ਰਾਜ ਜਾਣ ਦੀ ਕਹਾਣੀ ਬਿਆਨਦੇ, ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਪਿਛਲੇ ਦਿਨਾਂ 'ਚ ਵੀ ਜਦੋਂ ਭਾਈ ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ, ਜਾਂ ਉਸ ਤੋਂ ਪਹਿਲਾਂ ਮਹਾਰਾਣੀ ਜਿੰਦਾ ਦਾ ਜ਼ਿਕਰ ਕਰਦੇ ਹਾਂ ਅਸੀਂ, ਔਰ ਇਸ ਨੂੰ ਵੇਰਵੇ ਦੇ ਨਾਲ ਅਸੀਂ ਡਿਸਕਸ ਕਰਦੇ ਹਾਂ ਕਿ ਭਾਈ ਜਦੋਂ ਵੀ ਈਵਨ ਮਹਾਰਾਜਿਆਂ ਰਾਜਿਆਂ ਦਾ ਜ਼ਿਕਰ ਵੀ ਹੋ ਰਿਹਾ ਹੁੰਦਾ ਹੈ, ਉਹ ਮਹਾਰਾਜਾ ਦਲੀਪ ਸਿੰਘ ਦਾ ਹੋਏ ਜਾਂ ਪ੍ਰਿੰਸੈਸ ਬੰਬਾ ਦਾ ਹੋਏ ਜਾਂ ਮਹਾਰਾਣੀ ਜਿੰਦ ਕੌਰ ਦਾ ਹੋਏ, ਤੇ ਅਸਲ ਦੇ ਵਿੱਚ ਆਪਣੀ ਗੁਆਚੀ ਸੋਵਰਨਿਟੀ ਦੇ, ਗੁਆਚੀ ਪ੍ਰਭੂ ਸਤਾ ਦੇ, ਗੁਆਚੀ ਬਾਦਸ਼ਾਹਤ ਦੇ ਅਸੀਂ ਚਿੰਨ੍ਹ ਲੱਭ ਰਹੇ ਹੁੰਦੇ ਆ ਜਾਂ ਉਹਨਾਂ ਨੂੰ ਮੁੜ ਸਿਰਜਣਾ ਚਾਹੁੰਦੇ। ਬਿਲਕੁਲ। 1849 ਦੇ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ। 19ਵੀਂ ਸਦੀ ਦਾ ਦੂਸਰਾ ਅੱਧ ਜਿਹੜਾ ਸਾਡੇ ਲਈ ਇੱਕ ਤਰਾਸਦੀ ਵੀ ਬਣਿਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪਤਤਪੁਣਾ ਔਰ ਚੈਲੰਜਸ ਉਹ ਈਸਾਈ ਮਿਸ਼ਨਰੀਆਂ ਦੇ ਹੋਣ, ਉਹ ਸ਼ਰਧਾਨੰਦ ਫਲੋਰੀ ਦੇ ਥੱਲੇ ਸਨਾਤਨੀਆਂ ਦੇ ਹੋਣ, ਉਹ ਦਿਆਨੰਦ ਦੇ ਥੱਲੇ ਆਰੀਆ ਸਮਾਜੀਆਂ ਦੇ ਹੋਣ, ਔਰ ਮਲਟੀਪਲ ਇੱਕ ਕਲਾਸ ਜਿਹੜੀ ਬਿਲਕੁਲ ਅੰਗਰੇਜ਼ ਪ੍ਰਸਤ ਬਣ ਜਾਂਦੀ ਹੈ। ਪਰ ਉਸ ਸਾਰੇ ਦੌਰ 'ਚ ਧਾਰਮਿਕ ਤੌਰ ਦੇ ਉੱਤੇ ਵੀ ਗਿਰਾਵਟ, ਸਿਆਸੀ ਤੌਰ ਦੇ ਉੱਤੇ ਪਾਵਰ ਜਾਣ ਦਾ ਜਿਹੜਾ ਦੁੱਖ ਉਹ ਤਾਂ ਹੈ ਹੀ ਸੀ, ਪਰ ਉਸ ਸਾਰੇ ਪੀਰੀਅਡ 'ਚੋਂ ਹੀ ਸਿੰਘ ਸਭਾ ਮੂਵਮੈਂਟ ਦੇ ਰੂਪ 'ਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਔਰ ਭਗਤ ਲਛਮਣ ਸਿੰਘ, ਇਹ ਸਾਰੇ ਜਿਹੜੇ ਨੇ, ਔਰ ਫਿਰ ਇਹਨਾਂ ਦੇ ਨਾਲ ਇੱਕ ਪੂਰੀ ਨਾਲ ਦੀ ਨਾਲ ਇੱਕ ਜਿਉਂ ਹੀ ਸਿੰਘ ਸਭਾ ਲਹਿਰ ਕੌਮ ਦੇ ਅੰਦਰ ਇੱਕ ਚੇਤਨਤਾ ਪੈਦਾ ਕਰਦੀ ਹੈ, ਇੱਕ ਪ੍ਰਾਈਡ ਵਾਪਸ ਸਿੱਖੀ ਦਾ ਲਿਆਉਣ ਦੀ ਇਹ ਕੋਸ਼ਿਸ਼ ਕਰਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਉਸੇ ਹੀ 19th ਸੈਂਚੁਰੀ ਐਂਡ 'ਚ ਭਾਈ ਵੀਰ ਸਿੰਘ, ਭਾਈ ਖਾਨ ਸਿੰਘ ਨਾਭਾ ਇਹ ਆਪਣੀ ਕਲਮ ਚਲਾਉਂਦੇ ਨੇ, ਇਤਿਹਾਸਕਤਾ ਦੇ ਨਾਲ ਜੋੜਦੇ ਨੇ, ਔਰ ਉਸ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਆ। ਇੱਕ ਪਾਸੇ ਦੂਸਰਾ ਪਾਰਟ ਕੂਕਾ ਲਹਿਰ, ਜਾਂ ਇੱਧਰ 20ਵੀਂ ਸਦੀ ਦੀ ਬਿਗਨਿੰਗ 'ਚ ਗਦਰੀ ਲਹਿਰ, ਜਿਹਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਵੀ ਉਹ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਜਾ ਪੈਂਦਾ ਹੈ। ਪਰ ਇੱਧਰ ਜਿਹੜੀ ਸਿੱਖੀ ਦੀ ਜਾਗਰੂਕਤਾ
ਵਾਪਸ ਸਿੱਖੀ ਦੀਆਂ ਜੜ੍ਹਾਂ ਵੱਲ ਮੁੜਨ ਦੀ ਗੱਲ, ਸਿੱਖੀ ਪ੍ਰਾਈਡ ਦੀ ਗੱਲ ਜਿਹੜੀ ਕਿ ਐਜੂਕੇਸ਼ਨ ਵਾਈਜ਼ ਚੀਫ ਖਾਲਸਾ ਦੀਵਾਨ ਆਪਣੇ ਸਿਰ ਤੇ ਲੈਂਦਾ ਹੈ, ਜਿਸ 'ਚੋਂ ਖਾਲਸਾ ਸਕੂਲ, ਖਾਲਸਾ ਕਾਲਜਾਂ ਦਾ ਜਾਲ ਵਿਚਦਾ ਹੈ। 1892-93 'ਚ ਖਾਲਸਾ ਕਾਲਜ ਅੰਮ੍ਰਿਤਸਰ ਹੋਣ ਚਾਹੁੰਦਾ ਹੈ। ਉੱਥੇ 20ਵੀਂ ਸਦੀ ਤੱਕ ਪਹੁੰਚਦਿਆਂ ਬਿਗਨਿੰਗ ਤੱਕ ਇੱਕ ਪਾਰਟ ਕਲੀਅਰ ਹੋ ਜਾਂਦਾ ਹੈ ਕਿ ਭਾਈ ਇਹ ਬ੍ਰਿਟਿਸ਼ ਕਿਤੇ ਜਾਣ ਵਾਲੇ ਨਹੀਂ ਨੇ, ਔਰ ਆਪਣਿਆਂ ਲਈ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਘਰੇਲੂ ਤੌਰ ਤੇ ਗੁਰਮਤ ਦੀ ਵਿੱਦਿਆ ਹੋਏ, ਟ੍ਰੇਨਿੰਗ ਹੋਏ, ਉੱਥੇ ਜਿਹੜੀ ਬ੍ਰਿਟਿਸ਼ ਐਜੂਕੇਸ਼ਨ ਹੈ ਟੌਪ ਆਫ ਦਾ ਲਾਈਨ ਇਹ ਹੋਏ। ਔਰ ਕਿਉਂਕਿ ਵੱਡਾ ਹਿੱਸਾ ਤਾਂ ਸਿੱਖਾਂ ਦਾ ਅਫੋਰਡ ਹੀ ਨਹੀਂ ਸੀ ਕਰ ਸਕਦਾ, ਉਹੀ ਗੁਰਬਤ ਦੇ ਨਾਲ ਵੀ ਜੂਝ ਰਹੇ ਸੀ, ਕੋਈ ਸਾਧਨ ਵੀ ਨਹੀਂ ਸੀ। ਹਾਲਾਂ 19ਵੀਂ ਸਦੀ ਐਂਡ 'ਚ ਜਿਹੜਾ ਕੈਨਾਲ ਸਿਸਟਮ, ਨਹਿਰੀ ਸਿਸਟਮ ਅੰਗਰੇਜ਼ਾਂ ਨੇ ਡਿਵੈਲਪ ਕੀਤਾ, 20ਵੀਂ ਸਦੀ ਤੱਕ ਪਹੁੰਚਦੇ ਆਏ, ਜਿਨ੍ਹਾਂ ਨੂੰ ਅਸੀਂ ਬਾਰ ਕਹਿੰਦੇ ਹਾਂ, ਬਾਰ ਇਲਾਕੇ, ਇਹ ਲਾਇਲਪੁਰ, ਮਿੰਟਗੁਮਰੀ ਔਰ ਇਸ ਸਾਰੇ 'ਚ ਖੁਸ਼ਹਾਲੀ ਆਈ ਔਰ ਐਜੂਕੇਸ਼ਨ ਦੇ ਹਵਾਲੇ ਨਾਲ ਥੋੜ੍ਹਾ ਬਹੁਤ ਜਿਹੜਾ ਇਸ ਪਾਸੇ ਪੇਸ਼ਕਦਮੀ ਹੋਈ। ਔਰ ਜਿਹੜਾ ਟੌਪ ਲਾਈਨ ਐਜੂਕੇਸ਼ਨ ਦੇ ਵਿੱਚ ਜਾਂ ਗਵਰਨਿੰਗ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਦਿੱਤਾ, ਕਿਉਂਕਿ ਉਸ ਤੋਂ ਪਹਿਲਾਂ ਤਾਂ ਆਪਣੇ ਕਿਸਮ ਦਾ ਗਵਰਨਿੰਗ ਸਿਸਟਮ ਸੀ, ਉਹ ਡਿਸਟ੍ਰਿਕਟ, ਡਿਵੀਜ਼ਨ, ਫਿਰ ਉਹਨਾਂ ਦੇ ਵਿੱਚ ਕਮਿਸ਼ਨਰ, ਡਿਪਟੀ ਕਮਿਸ਼ਨਰ, ਇੱਧਰੋਂ ਤਹਿਸੀਲਦਾਰ, ਪਟਵਾਰੀ, ਪੂਰੀ ਬਿਊਰੋਕਰੇਸੀ ਜਿਹੜੀ ਅਫਸਰਸ਼ਾਹੀ ਉਹਨਾਂ ਨੇ ਕ੍ਰੀਏਟ ਕੀਤੀ। ਲੇਕਿਨ ਰੀਅਲ ਜਿਹੜੀ ਪਾਵਰ ਦੇ ਸੈਂਟਰ ਸਨ ਉਹ ਡਿਪਟੀ ਕਮਿਸ਼ਨਰ ਸਨ, ਜਿਹਦੇ ਲਈ ਉਹਨਾਂ ਨੇ ਜਿਹੜੀ ਸਿਵਲ ਪ੍ਰੀਖਿਆ ICS, ਇੰਡੀਅਨ ਸਿਵਲ ਸਰਵਿਸ ਦੇ ਥੱਲੇ, ਜਿਹਨੂੰ ਅੱਜ ਇਧਰ IAS ਕਿਹਾ ਜਾਂਦਾ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਪਾਕਿਸਤਾਨ 'ਚ PAS ਕਿਹਾ ਜਾਂਦਾ, ਸੋ ICS ਖੜੀ ਕੀਤੀ। ਕਿਉਂਕਿ ਜਿਨ੍ਹਾਂ ਦਾ ਮੈਂ ਜ਼ਿਕਰ ਕਰਨ ਲੱਗਾ ਉਹ ਕਿਸੇ ਪਾਸਿਓਂ ਵੀ, ਜੇ ਤੁਸੀਂ ਐਜੂਕੇਸ਼ਨ ਵਾਈਜ਼ ਦੇਖਦੇ ਹੋ, ਸਰ ਕਪੂਰ ਸਿੰਘ ਜਿਨ੍ਹਾਂ ਨੂੰ ਅੱਜ ਦਾ ਅਸੀਂ ਇਹ ਸਾਰਾ ਪ੍ਰੋਗਰਾਮ ਸਮਰਪਿਤ ਕਰ ਰਹੇ ਹਾਂ, ਇੱਕ ਆਮ ਸਧਾਰਨ ਘਰ ਦੇ ਵਿੱਚੋਂ ਉੱਠ ਕੇ ਉਹਨਾਂ ਦਾ ਜਨਮ ਜਿਹੜਾ ਹੈ ਉਹ 12 ਮਾਰਚ 1909 ਨੂੰ ਹੁੰਦਾ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਲੇਕਿਨ ਉਹਨਾਂ ਦੀ ਐਜੂਕੇਸ਼ਨ, ਪਰਵਰਿਸ਼ ਉਹ ਲਾਇਲਪੁਰ ਦੀ ਉਸ ਬੈਲਟ ਦੇ ਵਿੱਚ ਹੀ ਹੁੰਦੀ ਹੈ, ਸਮੁੰਦਰੀ ਤਹਿਸੀਲ। ਔਰ ਉਹਨਾਂ ਦੇ ਮੁੱਢਲੇ ਟੀਚਰ ਵੀ ਮਾਸਟਰ ਤਾਰਾ ਸਿੰਘ ਜਿਸ ਸਕੂਲ 'ਚੋਂ ਪੜ੍ਹਦੇ ਨੇ ਉਹਦੇ 'ਚੋਂ ਹੁੰਦੇ ਨੇ। ਔਰ ਕਿਵੇਂ ਬ੍ਰਿਲੀਅੰਟ ਇਹ ਬੱਚਾ, ਜਿਸ ਦੇ ਐਜੂਕੇਸ਼ਨਲ ਸਾਧਨ ਜਾਂ ਪਰਿਵਾਰਕ ਤੌਰ ਦੇ ਉੱਤੇ ਕੋਈ ਬਹੁਤ ਵੱਡੀ ਖੁਸ਼ਹਾਲੀ ਨਹੀਂ ਹੈ, ਲੇਕਿਨ ਆਪਣੀ ਮੁੱਢਲੀ ਐਜੂਕੇਸ਼ਨ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਫਿਲਾਸਫਰਾਨਾ ਅੰਦਾਜ਼ ਵੀ ਹੈ। ਲਾਹੌਰ ਦੇ ਵਿੱਚ ਆਉਂਦੇ ਨੇ, ਇੱਥੇ ਫਿਲਾਸਫੀ ਦੀ ਉੱਚ ਵਿੱਦਿਆ ਉੱਚ ਦਰਜੇ ਜਿਹੜਾ ਪੰਜਾਬ ਯੂਨੀਵਰਸਿਟੀ 'ਚੋਂ ਪਾਸ ਕਰਦੇ ਨੇ, ਔਰ ਫਿਰ ਮਾਸਟਰਸ ਦੇ ਲਈ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਚਲੇ ਜਾਂਦੇ ਨੇ, ਜਿੱਥੇ ਅਗੇਨ ਉਹਨਾਂ ਦੇ ਟੀਚਰਸ ਦੇ ਵਿੱਚ ਬਰਟਨ ਰਸਲ ਵਰਗੇ ਜਿਹੜਾ ਬਾਅਦ 'ਚ ਨੋਬਲ ਲੌਰੀਏਟ ਹੈ ਟੀਚਰ ਨੇ। ਇੱਧਰ ਲਾਹੌਰ ਦੇ ਵਿੱਚ ਉਹਨਾਂ ਦੀ ਫਿਲਾਸਫੀ ਔਰ ਦੂਸਰੇ 'ਚ ਉਹਨਾਂ ਦੀ ਜਦੋਂ ਅਸੀਂ ਉਹਨਾਂ ਦੇ ਅਲਾਮਾ ਇਕਬਾਲ ਜਾਂ ਮੁਹੰਮਦ ਅਲੀ ਜਿਨਾਹ ਉਹਨਾਂ ਦੇ ਨਾਲ ਸਬੰਧ ਜਾਂ ਗੁਫ਼ਤਗੂ ਜਾਂ ਡਾਇਲੋਗ ਜਾਂ ਇੰਟਰੈਕਸ਼ਨ ਦੀ ਗੱਲ ਕਰਦੇ ਹਾਂ, ਤੇ ਉਹ ਇਕਬਾਲ ਦੇ ਵੀ ਫੇਵਰੇਟ ਨੇ ਕਿਉਂਕਿ ਲਾਹੌਰ ਰਹਿੰਦੇ। ਔਰ ਜਿਵੇਂ ਜਿੰਨਾ ਉਹਨਾਂ ਨੇ ਇਕਬਾਲ ਨੂੰ, ਜੇ ਮੇਰਾ ਵੀ ਇੰਟਰਸਟ ਜਿੱਥੇ ਸਰ ਕਪੂਰ ਸਿੰਘ ਹੋਰਾਂ ਨਾਲ ਤਾਂ ਪਰਿਵਾਰਕ ਰਿਸ਼ਤਾ ਜਿਹੜਾ ਹੈ ਉਹ ਇੱਕ ਜਿਹੜਾ ਜਿਸ ਹਵਾਲੇ ਨਾਲ ਜੁੜਿਆ ਉਸ ਦੀ ਵੀ ਮੈਂ ਗੱਲ ਕਰਾਂਗਾ। ਲੇਕਿਨ ਜੇ ਉਰਦੂ ਪੋਇਟਰੀ ਜਾਂ ਫਾਰਸੀ ਜਾਂ ਇਕਬਾਲ ਦੇ ਫਲਸਫੇ ਵੱਲ ਧਿਆਨ ਗਿਆ ਤਾਂ ਉਹਦਾ ਕਾਰਨ ਵੀ ਕਿ ਸਰ ਕਪੂਰ ਸਿੰਘ ਹੋਰਾਂ ਨੇ ਬਹੁਤ ਉਹਨਾਂ ਨੂੰ ਟੂ ਆਫਟਨ ਕੋਟ ਕੀਤਾ ਹੈ, ਉਹਨਾਂ ਦੀ ਵਾਰਨਿੰਗਸ ਨੂੰ ਵੀ ਦੱਸਿਆ, ਉਹਨਾਂ ਦੇ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਵੀ ਕੀਤਾ ਹੈ। ਔਰ ਉੱਥੋਂ ਹੀ ਫਿਰ ਉਹ ਹਾਇਰ ਐਜੂਕੇਸ਼ਨ ਦੇ ਲਈ ਜਿਹੜਾ ਉਹ ਕੈਂਬਰਿਜ ਯੂਨੀਵਰਸਿਟੀ 'ਚ ਆਉਂਦੇ ਨੇ, ਜਿਹਦਾ ਮੈਂ ਜ਼ਿਕਰ ਕੀਤਾ। ਔਰ ਉੱਥੇ ਹੁੰਦੇ ਆ ਜਿਸ ਲੈਵਲ ਦਾ ਉਹਨਾਂ ਦਾ ਇੰਟੈਲੈਕਟ ਹੈ, ਉਹਨਾਂ ਦੀ ਮੁਹਾਰਤ ਜਿੰਨੀਆਂ ਜ਼ਬਾਨਾਂ ਦੇ ਉੱਤੇ ਸੀ, ਅਰਬੀ, ਫਾਰਸੀ, ਸੰਸਕ੍ਰਿਤ ਔਰ ਇੰਗਲਿਸ਼ ਆਫ ਕੋਰਸ। ਔਰ ਉਹਦੇ 'ਚ ਮੈਂ ਬਹੁਤ ਵਾਰ ਜਦੋਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖਦਾ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਮੈਨੂੰ ਕੋਈ ਕਹਿਣ 'ਚ ਹਰਜ਼ ਨਹੀਂ ਹੈ, ਜਿਵੇਂ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਜਿੱਥੇ ਉਸ ਵੇਲੇ ਦੀਆਂ ਜਿਹੜੀਆਂ ਵੀ ਪ੍ਰਚਲਿਤ ਵਿਦਿਆਵਾਂ ਸੀ ਔਰ ਇਸ ਲਈ ਉਹ ਸਿੱਖੀ ਦੇ ਬਨਾਰਸ ਦੇ ਵਿੱਚ ਪ੍ਰਚਾਰ ਦੇ ਲਈ ਸਿੱਖੀ ਦਾ ਗਏ ਸਨ। ਔਰ ਜਿਵੇਂ ਉਹਨਾਂ ਨੇ ਉਸ ਵੇਲੇ ਦੇ ਬ੍ਰਾਹਮਣ ਮਤ ਨੂੰ ਸਮਝਿਆ, ਉਸ ਵੇਲੇ ਵੈਸਟਰਨ ਫਿਲਾਸਫੀ ਤਾਂ ਜੇ ਹੈ ਨਹੀਂ ਸੀ,
ਔਰ ਜਿਸ ਸਦਕ ਦੇ ਨਾਲ ਉਹਨਾਂ ਨੇ ਸਿੱਖੀ ਦੇ ਵਿੱਚ ਜੋ ਯੋਗਦਾਨ ਉਹਨਾਂ ਦੇ ਕਬਿਤ ਸਵਈਏ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਸਰ ਕਪੂਰ ਸਿੰਘ ਬੇਸ਼ੱਕ ਭਾਈ ਨੰਦ ਲਾਲ ਇਨ ਬਿਟਵੀਨ ਆ ਜਾਂਦੇ ਨੇ, ਪਰ ਉਹਨਾਂ ਦੀ ਜਿਹੜੀ ਹੈ ਮੁਹਾਰਤ ਉਹ ਫਾਰਸੀ ਔਰ ਉਸ ਲੈਵਲ ਦੇ ਉੱਤੇ ਹੀ ਅਸੀਂ ਦੇਖਦੇ ਹਾਂ। ਜੇ ਇਹ ਕਹਿਣਾ ਹੋਏ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਇਸ ਲੈਵਲ ਦਾ ਫਿਲਾਸਫਰ ਜਿਨ੍ਹਾਂ ਨੇ ਪੂਰਬ ਦੇ ਦਰਸ਼ਨ ਨੂੰ ਸਮਝਿਆ, ਈਸਟ ਦੀ ਫਿਲਾਸਫੀ ਨੂੰ, ਇਹ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾ, ਉਪਨਿਸ਼ਦਾਂ, ਇਹਨਾਂ ਸਾਰਿਆਂ ਵਿਚਲੇ ਤੱਤ ਗਿਆਨ ਨੂੰ ਵੀ, ਔਰ ਵੈਸਟ ਦਾ ਥਾਟ ਜਿਹੜਾ ਬੇਸ਼ੱਕ ਗ੍ਰੀਕ ਫਿਲਾਸਫੀ ਸੀ ਜਾਂ ਦੂਸਰੇ ਪਾਰਟ ਸੀ, ਉਸ ਨੂੰ ਸਮਝਿਆ ਔਰ ਨਿਰੋਲ ਗੁਰਮਤ ਦੇ ਸਾਂਚੇ 'ਚ ਢਾਲ ਕੇ ਉਹਨਾਂ ਨੇ ਉਹਨਾਂ ਰਚਨਾਵਾਂ ਨੂੰ ਲੇਟਰ ਔਨ ਪੇਸ਼ ਵੀ ਕੀਤਾ। ਇਹ ਇੱਕ ਆਪਣੀ ਕਿਸਮ ਦੀ ਉਹਨਾਂ ਦੀ ਲਰਨਿੰਗ ਸੀ, ਜਿਸ ਦਾ ਮੈਨੂੰ ਨਹੀਂ ਲੱਗਦਾ ਕਿ ਇਨ ਬਿਟਵੀਨ ਜਾਂ ਉਸ ਤੋਂ ਬਾਅਦ, ਠੀਕ ਆ ਅੱਜ ਸੈਂਕੜਿਆਂ ਗੁਰਮਤ ਦੇ ਉੱਤੇ PhD ਵਾਲੇ ਵੀ ਨੇ, ਫਿਲਾਸਫੀ ਦੇ ਉੱਤੇ ਵੀ ਨੇ, ਬੜੀਆਂ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਨੇ, ਪਰ ਜੋ ਅਕਾਲ ਪੁਰਖ ਨੇ ਸਰ ਕਪੂਰ ਸਿੰਘ ਹੋਰਾਂ ਨੂੰ ਜਿਸ ਲੈਵਲ ਦੀ ਐਬਿਲਿਟੀ ਦਿੱਤੀ, ਉਸ ਦਾ ਕੋਈ ਮੈਚ ਨਹੀਂ ਸੀ। ਔਰ ਮੈਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਜਦੋਂ ਵੀ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਜਾਂ 2 ਮਾਰਚ ਸੀ ਉਹਨਾਂ ਦਾ, 12 ਮਾਰਚ ਨੂੰ, ਇਸ ਦੇ ਮੌਕੇ ਮੈਂ ਯਾਦ ਕਰਦਾ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਵੇਂ ਉਸ ਬਰਨਾਰਡ ਰਸਲ ਨੇ ਸਰ ਸਾਹਿਬ ਨੂੰ ਆਫਰ ਕੀਤਾ ਸੀ ਕਿ ਤੁਸੀਂ ਇੱਥੇ ਹੀ ਪੜ੍ਹਾਉਣ ਲੱਗ ਜਾਓ ਕੈਂਬਰਿਜ 'ਚ, ਤੇ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਆਪਣੇ ਲੋਕਾਂ 'ਚ ਜਾ ਕੇ ਸਰਵ ਕਰਨਾ ਹੈ। ਉਹਨਾਂ ਨੇ ICS ਦਾ ਐਗਜ਼ਾਮ ਲਿਆ, ਪਹਿਲੇ ਅਟੈਂਪਟ 'ਚ ਹੀ ਪਾਸ ਕੀਤਾ, ਔਰ ਫਿਰ ਉਹਨਾਂ ਨੇ 13-14 ਸਾਲ ਜਦੋਂ ਤੱਕ ਮੁਲਕ ਹਿੰਦੂਕਾ ਵਾਲਿਆਂ ਨੇ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਐਜ਼ ਏ ਇੰਡੀਅਨ ਸਿਵਲ ਸਰਵਿਸ ਸਰਵੈਂਟ ਦੇ, ਉਹਨਾਂ ਨੇ ਸਰਵ ਕੀਤਾ। ਹੁਣ ਉਸ ਸਾਰੇ ਪੀਰੀਅਡ ਦੇ ਵਿੱਚ ਸਾਡੇ ਲਈ ਜਦੋਂ ਅਸੀਂ ਸਰ ਕਪੂਰ ਸਿੰਘ ਹੋਰਾਂ ਵੱਲ ਦੇਖਦੇ ਹਾਂ, ਇੱਕ ਪਾਸੇ ਉਹਨਾਂ ਦੀ ਲਰਨਿੰਗ ਹੈ ਜਿਸ 'ਚੋਂ ਫਿਰ ਜਿਹੜੀਆਂ ਲਿਟਰੇਚਰ ਦੇ ਵਿੱਚ ਜੋ ਕੁਛ ਉਹਨਾਂ ਦੀ ਦੇਣ ਪੈਦਾ ਹੋਈ, ਕਿਉਂਕਿ ਪੋਲੀਟੀਕਲ ਕੰਟਰੀਬਿਊਸ਼ਨ ਵੱਲ ਜਾਣ ਤੋਂ ਪਹਿਲਾਂ ਮੈਂ ਉਹਨਾਂ ਦਾ ਜਿਹੜਾ ਅੰਗਰੇਜ਼ੀ ਔਰ ਪੰਜਾਬੀ 'ਚ ਲਿਖੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਉਹਨਾਂ ਦੇ ਲੇਖ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਪ੍ਰਸ਼ਨ ਜਿਹੜਾ ਸਿੱਖ ਫਿਲਾਸਫੀ ਨੂੰ ਈਸਟ ਦੀ ਫਿਲਾਸਫੀ ਦੇ ਤਨਾਜ਼ਰ ਦੇ ਵਿੱਚ ਜਿਹੜਾ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਦਾ ਕਵਿਤਾਵਾਂ ਦਾ ਸੰਗ੍ਰਹਿ ਹਸ਼ੀਸ਼, ਇੱਕ ਉਹਨਾਂ ਦਾ 7 ਬਿਗ ਪਰਸਨੈਲਿਟੀਜ਼ ਦੇ ਉੱਤੇ ਕਿਤਾਬ ਛੋਟੀ ਜਿਹੀ, ਸਪਤ ਸ੍ਰਿੰਗ, ਬਹੁ ਵਿਸਤਾਰ, ਪੁੰਡਰੀਕ, ਔਰ ਫਿਰ ਕਿਵੇਂ ਸੂਫੀ ਥਾਟ ਜਾਂ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਦੂਸਰਾ ਥਾਟ ਮਨਸੂਰ ਅਲ ਹਜ਼ਾਜ਼, ਔਰ ਫਿਰ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਸਿੱਖਿਜ਼ਮ ਫਾਰ ਮਾਡਰਨ ਮੈਨ, ਮੀ ਜੂਡਿਸ, ਸੇਕਰਡ ਰਾਈਟਿੰਗਸ ਆਫ ਦਾ ਸਿੱਖਸ, ਜਿਹੜੀਆਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਸ਼ਬਦਾਂ ਦਾ ਲੱਥਾ ਅੰਗਰੇਜ਼ੀ 'ਚ ਕੀਤਾ, ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ UNESCO ਨੇ ਪ੍ਰਕਾਸ਼ਿਤ ਕੀਤਾ। ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦਾ ਆਵਰ ਆਫ ਸੌਰਡ, ਗੁਰੂ ਅਰਜਨ ਐਂਡ ਹਿਸ ਸੁਖਮਨੀ, ਇਹ ਉਹਨਾਂ ਦੀਆਂ ਬਹੁਤ ਸਾਰੀਆਂ, ਔਰ ਉਹਨਾਂ ਦਾ ਇੱਕ ਛੋਟਾ ਜਿਹਾ ਜਿਹੜੇ ਉਹਨਾਂ ਦੇ ਲੈਕਚਰ ਸੀ ਉਹਨਾਂ ਦੇ ਬੇਸ 'ਤੇ ਬਹੁਤ ਸਾਰੇ ਟਰੈਕਟ ਛਾਪੇ ਗਏ, ਜਿਨ੍ਹਾਂ 'ਚ ਇੱਕ ਥੀਓਪੋਲੀਟੀਕਲ ਸਟੇਟਸ ਆਫ ਗੋਲਡਨ ਟੈਂਪਲ ਜਿਹੜਾ ਕਾਫੀ ਪਪੂਲਰ ਵੀ ਹੋਇਆ। ਸੋ ਇਹ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ, ਜਿਸ ਥਾਟ ਦੇ ਉੱਤੇ ਲਿਆ ਕੇ ਉਹਨਾਂ ਨੇ, ਜਿਵੇਂ ਈਵਨ ਜਦੋਂ ਅਸੀਂ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ ਦੇਖਦੇ ਔਰ ਜਿਸ ਨੇ ਇਹ ਲਿਖਿਆ ਉਸ ਨੇ ਵੀ ਜਿਹੜਾ ਸਿੱਖਿਜ਼ਮ ਨੂੰ ਰੈਕਗਨਾਈਜ਼ ਕੀਤਾ ਜਾਂ ਰਿਲੀਜਨ ਆਫ ਦਾ ਫਿਊਚਰ ਦੇ ਨਾਲ ਉਸ ਨੂੰ ਬਵਾਸਤਾ ਕੀਤਾ। ਇਹ ਐਲਬਰਟ ਜਿਹੜਾ ਉਹਨਾਂ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਹੁਣੇ ਹੀ ਆ ਜਾਏਗਾ, ਉਹਨਾਂ ਨੂੰ ਵੀ ਸਰ ਕਪੂਰ ਸਿੰਘ ਹੋਰਾਂ ਨੇ ਜਿਹੜਾ ਇਹ ਬਰੀਫ ਕੀਤਾ ਸੀ ਕਿ ਭਾਈ ਇਹ ਜਿਹੜਾ ਉਹਨਾਂ ਉਸ 'ਚੋਂ ਹੀ ਉਹਨਾਂ ਨੇ ਫਿਰ ਸਿੱਖ ਧਰਮ ਬਾਰੇ ਇਹ ਕਿਹਾ ਕਿ ਭਾਈ ਜਦੋਂ ਫਿਊਚਰ ਦੇ ਵਿੱਚ ਜੇ ਹਿਊਮਨ ਕਾਈਂਡ ਨੂੰ ਜਿਸ ਕਿਸਮ ਦੇ ਥਾਟ ਦੀ ਲੋੜ ਹੋਏਗੀ, ਉਹਦੇ 'ਚ ਸਿੱਖਾਂ ਦੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਅਰਨਾਲਡ ਟੋਇਨਬੀ ਨੇ, ਇਹ ਵੀ ਸਰ ਕਪੂਰ ਸਿੰਘ ਹੋਰਾਂ ਦੀ ਬਦੌਲਤ ਸੀ ਕਿ ਭਾਈ ਉਸ ਨੂੰ ਇਹ ਗੱਲ ਸਮਝ ਆਈ। ਹੁਣ ਅਸੀਂ ਜਿਹੜੀਆਂ ਮਿਸਡ ਓਪਰਚੁਨਿਟੀਜ਼ ਦੀ ਜੇ ਗੱਲ ਕਰੀਏ ਕਿ ਭਾਈ ਅਸੀਂ ਕਿਵੇਂ ਹਿਸਟਰੀ ਨੂੰ, ਮੌਕਿਆਂ ਨੂੰ ਗਵਾਇਆ, ਔਰ ਇਸ ਦੀ ਸਭ ਤੋਂ ਵੱਡੀ ਟੈਸਟੀਮਨੀ ਸਰ ਕਪੂਰ ਸਿੰਘ ਖੁਦ ਨੇ। ਉਹਨਾਂ ਨੇ ਉਹ ਦੌਰ ਜਦੋਂ ਐਜ਼ ਏ ਡਿਪਟੀ ਕਮਿਸ਼ਨਰ ਉਹਨਾਂ ਦੀ ਪਹੁੰਚ ਸਰਕਾਰੀ ਦਰਬਾਰੇ ਵੀ ਸੀ,
ਉਹਨਾਂ ਦੀ ਪਹੁੰਚ ਅਕਾਲੀ ਲੀਡਰਸ਼ਿਪ ਤੱਕ ਵੀ ਸੀ। ਔਰ ਉਹਨਾਂ ਦੀ ਪੁਸਤਕ ਸਾਚੀ ਸਾਖੀ, ਜਿਸ ਦੇ ਉੱਤੇ ਉਹਨਾਂ ਨੇ ਗੁਰਬਾਣੀ ਦੀ ਇਹ ਤੁਕ ਲਿਖੀ, ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਂਖੀ, ਕਿ ਇਹ ਕਹਾਣੀ ਸਾਖੀ ਵੀ ਸਟੋਰੀ ਹੁੰਦੀ ਹੈ, ਤੇ ਜਦੋਂ ਇਸ ਦੇ ਵਿੱਚ ਫੁੱਲੀ ਟਰੂਥ ਦਾ ਐਲੀਮੈਂਟ ਹੋਏ, ਸੱਚ ਦਾ ਐਲੀਮੈਂਟ ਹੋਏ, ਤਾਂ ਉਹਨੂੰ ਅਸੀਂ ਸਾਖੀ ਕਹਿੰਦੇ ਆ। ਇਸ ਲਈ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਕਹਾਣੀਆਂ ਨੂੰ ਜਨਮ ਸਾਖੀ ਕਹਿੰਦੇ ਹਾਂ, ਕਿ ਉਹਨਾਂ ਦੇ ਸਾਖੀ ਦਾ ਮਤਲਬ ਐਵੀਡੈਂਸ। ਹੁਣ ਔਰ ਇਹੀ ਜਦੋਂ ਕੋਈ ਸੰਤ ਜਾਂ ਫਕੀਰ ਜਾਂ ਰੱਬ ਦਾ ਬੰਦਾ ਜਿਸ ਕਹਾਣੀ ਨੂੰ ਬਿਆਨ ਕਰਦਾ ਹੈ, ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਸਾਖੀ ਸਾਚੀ ਹੁੰਦੀ ਹੈ, ਔਰ ਜੋ ਕੁਝ ਦੇਖਿਆ ਹੁੰਦਾ ਹੈ ਅੱਖਾਂ ਦੇ ਨਾਲ ਉਸ ਨੂੰ ਹੀ ਬਿਆਨਿਆ ਹੁੰਦਾ। ਸੋ ਸਰ ਕਪੂਰ ਸਿੰਘ ਹੋਰਾਂ ਨੇ 6 ਵਾਕਿਆਤ ਜਿਹੜੇ ਨੇ 6 ਟਾਈਮਸ ਡਿਫਰੈਂਟਲੀ, ਬਲਦੇਵ ਸਿੰਘ ਰਾਹੀਂ, ਦੂਸਰਿਆਂ ਰਾਹੀਂ, ਗਿਆਨੀ ਕਰਤਾਰ ਸਿੰਘ ਰਾਹੀਂ ਉਹਨਾਂ ਦੀ ਆਪਣੀ ਗੁਫ਼ਤਗੂ ਸਾਚੀ ਸਾਖੀ 'ਚ ਦਿੱਤੇ ਨੇ, ਜਿਹੜੇ ਕਿ 1940 ਤੋਂ ਬਾਅਦ ਦੇ ਪੀਰੀਅਡ ਦੇ ਨੇ। ਹਾਲਾਂਕਿ ਉਸ ਤੋਂ ਪਹਿਲਾਂ ਵੀ ਸਰ ਕ੍ਰਿਪਸ ਮਿਸ਼ਨ ਜਾਂ ਸਾਈਮਨ ਕਮਿਸ਼ਨ ਤੋਂ ਸ਼ੁਰੂ ਕਰਕੇ, ਕਿ ਜਦੋਂ ਇਹ ਮੌਕੇ ਅੰਗਰੇਜ਼ ਚਾਹੁੰਦੇ ਸੀ, ਕਿਉਂਕਿ ਜਦੋਂ ਤੱਕ ਖਾਸ ਤੌਰ 'ਤੇ ਸੈਕੰਡ ਵਰਲਡ ਵਾਰ ਮੁੱਕਣ ਤੋਂ ਬਾਅਦ ਤਾਂ ਉਹਨਾਂ ਨੇ ਮਨ ਬਣਾ ਲਿਆ ਸੀ ਵੀ ਉਹਨਾਂ ਨੇ ਛੱਡਣਾ। ਇਸ ਲਈ ਨਹੀਂ ਕਿ ਕੋਈ ਗਾਂਧੀ ਦੀ ਲਹਿਰ ਨੇ ਬੜਾ, ਇਹਦਾ ਵੀ ਉਹਨਾਂ ਨੇ ਸਾਚੀ ਸਾਖੀ ਜ਼ਿਕਰ ਕੀਤਾ ਕਿ ਗਾਂਧੀ ਦੀ ਕੁਇਟ ਇੰਡੀਆ ਮੂਵਮੈਂਟ ਕਿਵੇਂ ਫੇਲ ਹੋਈ। ਉਦੋਂ ਉਹ ਗੁੜਗਾਵਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ, ਪਰ ਅੰਗਰੇਜ਼ ਇੰਨੇ ਕਰਜ਼ਾਈ ਹੋ ਚੁੱਕੇ ਸੀ ਕਿ ਉਹਨਾਂ ਨੇ ਨਿਕਲਣਾ ਹੀ ਨਿਕਲਣਾ ਸੀ। ਸੋ ਉਸ ਦੌਰ ਦੇ ਵਿੱਚ ਜਿੱਥੇ ਸਿੱਖਾਂ ਦੇ ਲਈ ਇੱਕ ਗੁੱਡਵਿਲ ਵੀ ਸੀ, ਔਰ ਹਾਲਾਂ ਅੱਜ ਬਹੁਤ ਸਾਰੇ ਜਿਹੜੇ ਕੁਝ ਭਾਰਤੀ ਹਕੂਮਤ ਦੇ ਇਸ਼ਾਰੇ ਦੇ ਉੱਤੇ, ਔਰ ਕੁਝ ਜਿਹੜੇ ਨੇ ਆਪਣਾ ਸੂਡੋ ਇੰਟੈਲੈਕਚੁਅਲ ਕਿਸਮ ਦੇ ਲੋਕ ਇਹ ਸਾਬਤ ਕਰਨ ਤੇ ਲੱਗੇ ਹੋਏ ਨੇ ਕਿ ਨਹੀਂ ਕੋਈ ਐਸਾ ਮੌਕਾ ਨਹੀਂ ਸੀ ਕਿ ਸਿੱਖ ਰਾਜ ਮਿਲਦਾ ਸੀ ਜਾਂ ਅੰਗਰੇਜ਼ ਸਿੱਖ ਰਾਜ ਦੇ ਲਈ ਦਿਲਚਸਪੀ ਰੱਖਦੇ ਸੀ। ਕੋਈ ਕਹਿੰਦਾ ਜੀ ਮੈਂ ਰਿਸਰਚ ਐਲਬਰਟ ਮਿਊਜ਼ੀਅਮ 'ਚ ਕੀਤੀ ਹੈ, ਜਾ ਕੇ ਮੈਂ ਉੱਥੇ ਕੀਤੀ ਹੈ, ਮੈਂ ਫਲਾਣੀ ਬ੍ਰਿਟਿਸ਼ ਲਾਇਬ੍ਰੇਰੀ 'ਚ, ਸਭ ਝੂਠ। ਸਰ ਕਪੂਰ ਸਿੰਘ ਤੋਂ ਵੱਧ ਕੇ ਕੋਈ ਇਨਸਾਈਡਰ ਨਹੀਂ, ਔਰ ਇਹ ਸਾਰੀ ਦੁਨੀਆ 'ਚ ਇੰਟੈਲੈਕਚੁਅਲ ਲੈਵਲ ਦੇ ਉੱਤੇ ਉਹਨਾਂ ਤੋਂ ਸਚਿਆਰਾ ਕੋਈ ਬੰਦਾ ਨਹੀਂ ਸੀ। ਔਰ ਉਹ ਕਿਉਂਕਿ ਇਨਸਾਈਡਰ ਸੀ, ਉਹਨਾਂ ਨੇ ਉਹ ਸਾਰਿਆਂ ਨੂੰ ਬਿਆਨਿਆ ਕਿ, ਔਰ ਫਿਰ ਉਹਨਾਂ ਨੇ ਈਵਨ ਜਿਹੜੀ ਉਹਨਾਂ ਦੀ ਅਖੀਰਲੀ ਮੁਲਾਕਾਤ ਜਦੋਂ ਕਿ ਬਲਦੇਵ ਸਿੰਘ ਜਿਹੜਾ ਕਿ ਸਿੱਖਾਂ ਦਾ ਨੁਮਾਇੰਦਾ ਬਣ ਕੇ ਰਾਊਂਡ ਟੇਬਲ ਕਾਨਫਰੰਸ ਗਿਆ, ਉਹ ਮਰਨ ਕੰਢੇ ਸੀ, ਅੱਡੀਆਂ ਰਗੜ ਰਿਹਾ ਸੀ, ਔਰ ਸਰ ਸਾਹਿਬ ਨੇ ਬਿਆਨ ਕੀਤਾ ਕਿ ਉਸਨੇ ਕਿਹਾ ਕਿ ਮੇਰੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਮੈਂ 3 ਵਾਰ ਸਿੱਖ ਸਟੇਟ ਬਣਦੇ ਰੋਕੀ ਹੈ। ਇਸ ਦੇ ਸਾਰੇ ਵੇਰਵੇ ਜਿਹੜੇ ਦਿਲਚਸਪੀ ਰੱਖਦੇ ਨੇ ਉਹ ਸਾਚੀ ਸਾਖੀ 'ਚ ਦੇਖ ਸਕਦੇ ਨੇ ਜੀ। ਇਹ ਸਰ ਕਪੂਰ ਸਿੰਘ ਜਦੋਂ 15 ਅਗਸਤ 1947 ਫਿਰ ਵੰਡ ਹੁੰਦਾ ਹੈ, ਇੱਧਰ ਹਿੰਦੂਆਂ ਨੂੰ ਇੰਡੀਆ ਮਿਲ ਜਾਂਦਾ ਹੈ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਜਾਂਦਾ ਹੈ, ਤੇ ਜਿਵੇਂ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਿਹਾ ਕਿ ਫਰੰਗੀ ਦੀ ਗੁਲਾਮੀ 'ਚੋਂ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਅਸੀਂ ਆ ਫਸਦੇ ਹਾਂ। ਔਰ ਇਸ ਦੀ ਵੀ ਜਿਹੜੀ ਪਹਿਲੀ ਐਵੀਡੈਂਸ, ਪਹਿਲਾ ਸਬੂਤ ਜਿਸ ਪ੍ਰਥਾ ਹੈ, ਅੱਜ ਵੀ ਜਦੋਂ ਕਿਹਾ ਜਾਂਦਾ ਜੀ ਕੋਈ ਉਹ ਸਰਕੂਲਰ, ਉਹ ਤੁਸੀਂ ਈਵਨ ਜਦੋਂ ਸੁਪਰੀਮ ਕੋਰਟ 'ਚ ਉਹਨਾਂ ਦੇ ਖਿਲਾਫ ਕੇਸ ਚੱਲਦਾ ਹੈ ਸਰ ਕਪੂਰ ਸਿੰਘ ਦੇ, ਔਰ ਉਹ ਉਹਦੇ 'ਚ ਐਨੈਕਸਰ ਦੇ ਵਿੱਚ ਜਿਹੜਾ ਉਸ ਦੀਆਂ ਜਿਵੇਂ ਤੁਸੀਂ ਲਿਸਟ ਦਿੱਤੀ ਹੁੰਦੀ ਆ, ਉਸ ਸਰਕੂਲਰ ਦੀ ਓਰੀਜਨਲ ਕਾਪੀ ਵੀ ਉਸ ਦੇ ਨਾਲ ਉਹਨਾਂ ਨੇ ਲਾਈ ਹੋਈ ਸੀ। ਹੁਣ ਉਹ ਸਰਕੂਲਰ ਕੀ ਹੈ, 10 ਅਕਤੂਬਰ 1947 ਨੂੰ ਜਿਹੜਾ ਸਰਕੂਲਰ, ਜਦੋਂ ਸਰ ਕਪੂਰ ਸਿੰਘ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ, ਉਸ ਵੇਲੇ ਦੇ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਅੱਜ ਦਾ ਕੁੱਲੂ, ਮਨਾਲੀ, ਲਾਹੌਲ, ਸਪੀਤੀ, ਇਹ ਜਿਹੜੇ ਜ਼ਿਲ੍ਹੇ ਹੁਣ ਤਾਂ ਹਿਮਾਚਲ ਨੇ ਅੱਡ ਬਣਾਏ ਨੇ। ਸੋ ਡਿਸਟ੍ਰਿਕਟ ਕਾਂਗੜਾ, ਇਧਰੋਂ ਚੱਕੀ ਬ੍ਰਿਜ, ਨੂਰਪੁਰ ਜਿਹੜਾ ਲੱਗਦਾ ਪਠਾਨਕੋਟ ਦੇ ਨਾਲ, ਉੱਥੋਂ ਸ਼ੁਰੂ ਹੋ ਕੇ ਤੇ ਰੋਹਤਾਂਗ ਪਾਸ ਤੱਕ ਜਿੱਥੇ ਚਾਈਨਾ ਦੇ ਨਾਲ ਬਾਰਡਰ ਲੱਗਦਾ, ਉਹ ਸਾਰਾ ਹੀ ਉਹ ਉਹਨਾਂ ਦੀ ਕਮਾਂਡ ਥੱਲੇ ਸੀ। ਔਰ ਜਿਵੇਂ ਮੈਂ ਕਿਹਾ ਵੀ ਜਦੋਂ ਮੈਂ ਆਪਣਾ ਟ੍ਰੇਨਿੰਗ, ਗਰੂਮਿੰਗ, ਮਾਈਂਡਸੈਟ, ਜਾਂ ਅਸੀਂ ਸਰ ਕਪੂਰ ਸਿੰਘ ਸਕੂਲ ਆਫ ਥਾਟ ਦੇ ਆਪਣੇ ਆਪ ਨੂੰ ਵਿਦਿਆਰਥੀ ਕਹਿੰਦੇ ਹਾਂ, ਤੇ ਉਸ ਦਾ ਕਾਰਨ ਵੀ ਇਹੀ ਸੀ ਕਿ ਹਾਲਾਂ ਮੈਂ ਤਾਂ ਉਹਨਾਂ ਨੂੰ ਬਹੁਤ ਬਾਅਦ 'ਚ ਮਿਲਿਆ ਆ ਕੇ 80s ਦੇ ਵਿੱਚ, 84 ਤੋਂ ਬਾਅਦ, ਲੇਕਿਨ ਜਦੋਂ ਉਹ ਡਿਸਟ੍ਰਿਕਟ ਕਮਿਸ਼ਨਰ, ਡਿਪਟੀ ਕਮਿਸ਼ਨਰ ਸਨ ਕਾਂਗੜਾ ਜ਼ਿਲ੍ਹੇ ਦੇ, ਤੇ 47 ਪੀਰੀਅਡ 'ਚ ਮੇਰੇ ਪਿਤਾ ਜੀ ਜਿਹੜੇ ਪੋਸਟ ਐਂਡ ਟੈਲੀਗ੍ਰਾਫ ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਉਹਨਾਂ ਦੀ ਪਹਿਲੀ ਪੋਸਟਿੰਗ ਵੀ ਜਿਹੜੀ ਹੈ ਉਹ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਹੀ ਹੋਈ। ਇਹ ਉਹਨਾਂ ਦੇ ਨਾਲ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ
ਜਦੋਂ ਕਿ ਸਿੱਖਾਂ ਦੀ ਆਬਾਦੀ ਵੈਸੇ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ, ਪਹਾੜੀ ਇਲਾਕਿਆਂ ਦੇ ਵਿੱਚ ਤਾਂ ਬਹੁਤ ਘੱਟ ਸੀ। ਔਰ ਉਹ ਸੰਬੰਧ ਵੀ ਜਿਹੜੇ ਨੇ ਪਰਿਵਾਰਕ ਤੌਰ ਤੇ, ਔਰ ਮੈਂ ਆਪਣੇ ਬਚਪਨ 'ਚ ਗਰੋ ਹੁੰਦਿਆਂ ਉਹ ਚਿੱਠੀ ਪੱਤਰ ਵੀ, ਜਦੋਂ ਸਰ ਕਪੂਰ ਸਿੰਘ ਬਹੁਤ ਜਲਦੀ ਕਾਂਗੜਾ ਜ਼ਿਲ੍ਹੇ ਤੋਂ ਉਹਨਾਂ ਨੂੰ ਬਦਲ ਕੇ ਜਿਹੜਾ ਹੁਸ਼ਿਆਰਪੁਰ ਭੇਜ ਦਿੱਤਾ ਗਿਆ, ਉੱਥੋਂ ਸਸਪੈਂਡ ਕਰ ਦਿੱਤੇ ਗਏ। ਫਿਰ ਹਾਈ ਕੋਰਟ ਸ਼ਿਮਲਾ 'ਚ, ਉਸ ਵੇਲੇ ਪੰਜਾਬ ਦੀ ਰਾਜਧਾਨੀ ਵਕਤੀ ਤੌਰ ਤੇ ਸ਼ਿਮਲਾ ਸੀ, ਕੇਸ ਜਿਹੜੇ ਨੇ ਉਹ ਚੱਲਦੇ ਰਹੇ। ਔਰ ਉਸ ਪੀਰੀਅਡ 'ਚ ਵੀ ਉਹਨਾਂ ਦਾ ਖਤੋ ਖਤਾਵਤ ਸਾਡੇ ਪਿਤਾ ਜੀ ਦੇ ਨਾਲ ਰਿਹਾ। ਅਸੀਂ ਉਹਨਾਂ ਦੀਆਂ ਦਰਜਨਾਂ ਚਿੱਠੀਆਂ, ਜਿਹਦੇ 'ਚ ਕਿ ਕੈਲੀਗ੍ਰਾਫਿਕ ਹੈਂਡ ਉਹਨਾਂ ਦਾ ਬਹੁਤ ਖੂਬਸੂਰਤ, ਔਰ ਉਹ ਸਾਰੇ ਦੌਰ ਦੇ ਵਿੱਚ। ਸੋ ਜਦੋਂ ਅਸੀਂ ਇਸ ਸਰਕੂਲਰ ਦੀ ਗੱਲ ਕੀਤੀ, ਉਦੋਂ ਉਹ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। ਜਿਹੜਾ ਸਰਕਾਰੀ ਸਰਕੂਲਰ ਉਸ ਵੇਲੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ, ਪੰਜਾਬ ਸਰਕਾਰ 'ਚ ਹੋਮ ਮਿਨਿਸਟਰ ਸਵਰਨ ਸਿੰਘ ਸੀ, ਪਟੇਲ ਦਿੱਲੀ ਦੇ ਵਿੱਚ ਹੋਮ ਮਿਨਿਸਟਰ ਸੀ, ਨਹਿਰੂ ਪ੍ਰਾਈਮ ਮਿਨਿਸਟਰ ਸੀ। ਔਰ ਇਹ ਸਰਕੂਲਰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਮੈਂ ਸਾਰੀ ਅੰਗਰੇਜ਼ੀ ਦਾ ਉਹ ਵਾਕਿਆ ਨਹੀਂ ਪੜਾਂਗਾ ਕਿਉਂਕਿ ਵਕਤ ਦੀ ਵੀ ਸੀਮਾ ਹੈ, ਕਿ ਸਿੱਖ ਜਿਹੜੇ ਨੇ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਔਰ ਫਿਰ ਉਹਨਾਂ ਦਾ ਇਹ ਸੀ ਕਿ ਭਾਈ ਇਹਨਾਂ ਨੂੰ ਨੱਥ ਪਾਈ ਜਾਏ ਔਰ ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ ਅੱਖ ਰੱਖੀ ਜਾਏ। ਸੋ ਉਸ ਵੇਲੇ ਤੱਕ ਪੰਜਾਬ ਦੇ ਜਿਹੜੇ 29 ਜ਼ਿਲ੍ਹੇ ਪ੍ਰੀ ਪਾਰਟੀਸ਼ਨ 'ਚ ਸਨ, ਪੰਜਾਬ ਦੀ ਡਿਵੀਜ਼ਨ 13 ਜ਼ਿਲ੍ਹੇ ਜਿਹੜੇ ਨੇ ਇਹ ਇੱਧਰ ਪੂਰਬੀ ਪੰਜਾਬ ਦਾ ਹਿੱਸਾ ਬਣੇ। ਔਰ 13 ਜ਼ਿਲ੍ਹਿਆਂ 'ਚੋਂ ਇੱਕ ਜ਼ਿਲ੍ਹਾ ਕਾਂਗੜਾ ਸੀ ਜਿਹਦੇ ਉਹ ਡਿਪਟੀ ਕਮਿਸ਼ਨਰ ਸਨ। ਸੋ ਬਾਕੀ ਤਾਂ 2 ਹੋਰ ਜ਼ਿਲ੍ਹੇ ਸੀ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ। ਉਹਨਾਂ 'ਚੋਂ ਵੀ ਇੱਕ ਸ਼ਾਇਦ ਪਤਨ ਸੀ, ਦੂਸਰੇ ਨੇ ਦੜ ਵੱਟ ਲਈ। ਔਰ ਸਰ ਕਪੂਰ ਸਿੰਘ ਨੇ ਜਿਹੜਾ ਇਹ ਚੈਲੰਜ ਕੀਤਾ, ਉਸ ਦਾ ਫਿਰ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ, ਕਿਉਂਕਿ ਇਸੇ ਦੇ ਉੱਤੇ ਸਰ ਕਪੂਰ ਸਿੰਘ ਨੇ ਜਦੋਂ ਇਹ ਸਾਰਾ ਕੁਝ ਵਾਪਰਿਆ, ਉਹਨਾਂ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ का गुरु राखा भाई सिकड़े का। ये तिकड़ी नेहरू, पटेल और चंदू लाल त्रिवेदी, ये एक लंबी कहानी है। पर ये जदों असी देखते हैं कि जड़ियाँ शख्सियतां सर कपूर सिंह, खालिस्तान दे थॉट, उन्हां दी बाकी जड़ी सारी कंट्रीब्यूशन है, वो आनंदपुर दा मता होए जिस दे लखारी ने नरकधारियां दे खिलाफ 10 ਜੂਨ 1978 ਦਾ ਹੁਕਮਨਾਮਾ, ਉਸ ਦੇ ਉਹ ਲਖਾਰੀ ਨੇ ਸਿੱਖ ਹੋਮਲੈਂਡ ਦਾ ਮਤਾ ਜਿਹੜਾ 1967 ਦੇ ਵਿੱਚ ਨਲਵਾ ਕਾਨਫਰੰਸ ਲੁਧਿਆਣੇ 'ਚ ਪਾਸ ਕੀਤਾ ਗਿਆ, ਉਸ ਦੇ ਉਹ ਲਖਾਰੀ ਨੇ। ਔਰ ਟੁਵਰਡਸ ਦਾ ਐਂਡ ਜਦੋਂ ਅਸੀਂ ਈਵਨ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਪਿਛਲੇ ਦਿਨੀ ਦਲ ਖਾਲਸਾ ਨੇ ਆਪਣੀ 46ਵੀਂ ਜਿਹੜੀ ਹੈ ਉਹ ਫਾਊਂਡੇਸ਼ਨ ਐਨੀਵਰਸਰੀ ਮਨਾਈ ਹੈ ਹੁਸ਼ਿਆਰਪੁਰ ਦੇ ਵਿੱਚ। ਔਰ ਪ੍ਰੋ ਫਰੀडम ਸਿੱਖ ਜਿਹੜਾ ਉਹਨਾਂ ਨੇ ਮਾਰਚ ਵੀ ਕੱਢਿਆ, ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਆਏ ਹੋਏ ਸਨ। ਇਸ ਫਰੀडम ਮਾਰਚ ਦੇ ਵਿੱਚ ਜ਼ਾਹਰ ਹੈ ਦਲ ਖਾਲਸਾ ਨਾਂ ਵੀ ਜਿਹੜਾ ਜਥੇਬੰਦੀ ਦਾ ਸੀ, ਆਲਰੇਡੀ ਜਦੋਂ ਸਰ ਗਜਿੰਦਰ ਸਿੰਘ ਹੋਰਾਂ ਨੂੰ ਟ੍ਰਿਬਿਊਟ ਦਿੱਤੀ ਉਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਸਰ ਗਜਿੰਦਰ ਸਿੰਘ, ਸਰ ਹਰਸਿਮਰਨ ਸਿੰਘ, ਇਹ ਸਾਰੇ ਹੀ ਜਿਹੜੇ ਨੌਜਵਾਨ ਨੇ ਉਸ ਪੀਰੀਅਡ ਸਰ ਕਪੂਰ ਸਿੰਘ ਤੋਂ ਪ੍ਰਭਾਵਿਤ ਹੋਏ। 13 ਅਪ੍ਰੈਲ 1978 ਦਾ ਇਹ ਜਿਹੜਾ ਵਾਕਿਆ ਜਿਸ ਨੇ ਸਮੁੱਚੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਾਕਾ ਅੰਮ੍ਰਿਤਸਰ ਜਿਹੜਾ ਨਰਕਧਾਰੀਆਂ ਨੇ ਵਰਤਾਇਆ। ਔਰ ਉਸ ਤੋਂ ਬਾਅਦ ਇਹ ਮਹਿਸੂਸ ਹੋ ਰਿਹਾ ਸੀ ਕਿ ਅਕਾਲੀ ਬਾਦਲਾਂ ਦੀ ਸਰਕਾਰ ਸੀ ਕਿ ਭਾਈ ਇਹ ਤਾਂ ਟੋਟਲ ਵਿਕੇ ਹੋਏ ਨੇ। ਤੇ ਇਹ ਜਿਹੜਾ ਦਲ ਖਾਲਸਾ ਨਾਂ ਦੀ ਚੋਣ ਵੀ ਕੀਤੀ ਗਈ, ਇਹ ਸਰ ਕਪੂਰ ਸਿੰਘ, ਕਿਉਂਕਿ ਉਹ ਸਮਝਦੇ ਸੀ ਕਿ 18ਵੀਂ ਸਦੀ ਦਾ ਸਾਡਾ ਇਹ ਇਤਿਹਾਸਕ ਜਿਹੜਾ ਸੰਗਠਨ ਸੀ, ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ, ਜਿਸ ਨੇ ਲਾਹੌਰ ਵੀ ਫਤਿਹ ਕੀਤਾ, ਦਿੱਲੀ ਵੀ ਫਤਿਹ ਕੀਤੀ। ਔਰ ਫਿਰ ਦਲ ਖਾਲਸਾ ਨਾਂ ਦੀ ਜਥੇਬੰਦੀ ਜਿਹੜੀ ਹੈ ਠੀਕ ਉਸ ਪੀਰੀਅਡ ਦੇ ਵਿੱਚ ਹੀ ਹੋਂਦ ਦੇ ਵਿੱਚ ਆਉਂਦੀ ਹੈ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਅੱਜ ਵੀ ਦਲ ਖਾਲਸਾ ਆਪਣੇ ਮਾਰਚ, ਖਾਲਿਸਤਾਨੀ ਨਿਸ਼ਾਨੇ ਵੱਲ ਵੱਧ ਰਹੀ ਹੈ। ਔਰ ਇਹ ਜਿਹੜਾ ਫਰੀडम ਮਾਰਚ ਕੱਢਿਆ ਗਿਆ ਹੁਸ਼ਿਆਰਪੁਰ 'ਚ, ਇਸ 'ਚ ਇਹ ਵੀ ਮੈਸੇਜ ਦਿੱਤਾ ਗਿਆ ਕਿ ਭਾਈ ਕੋਈ ਸਾਡਾ ਤਿਰੰਗਾ, ਕਿਉਂਕਿ ਹੁਣ 15 ਅਗਸਤ ਨੂੰ ਲੈ ਕੇ ਮੋਦੀ ਦਾ ਮੈਸੇਜ ਘਰ ਘਰ ਤਿਰੰਗਾ ਨਹੀਂ ਭਾਈ, ਖਾਲਸਾ ਹੀ ਪਰਚਮ, ਅਸੀਂ ਖਾਲਿਸਤਾਨ ਦੇ ਝੰਡੇ ਝੁਲਾਣੇ ਨੇ। ਔਰ ਇਸ ਗੈਦਰਿੰਗ ਨੂੰ ਵੀ ਈਵਨ ਅੰਬੇਦਕਰ ਚੌਂਕ ਜਦੋਂ ਇਹ ਮਾਰਚ ਨਿਕਲਿਆ, ਪਰਮਜੀਤ ਸਿੰਘ ਮਾਂਡੋਰਾ ਨੇ ਐਡਰੈਸ ਕੀਤਾ, TV 84
ਨਿਊਜ਼ ਸੈਕਸ਼ਨ ਦੇ ਵਿੱਚ ਇਸ ਨੂੰ ਫੁੱਲੀ ਕਵਰ ਕੀਤਾ ਗਿਆ। ਜੀ। ਔਰ ਇਹ ਜਿਹੜੀ ਇਤਿਹਾਸਕਤਾ ਜਦੋਂ ਅਸੀਂ ਦੇਖਦੇ ਹਾਂ ਉਹ ਸੀ ਸਰ ਕਪੂਰ ਸਿੰਘ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਮੇਲ। ਜਦੋਂ ਸੰਤ ਪਿੰਡਾਂ ਵਾਲੇ ਸੀਨ ਦੇ ਉੱਤੇ ਉਭਰਦੇ ਨੇ, ਸਰ ਕਪੂਰ ਸਿੰਘ ਹੋਰਾਂ ਨੇ ਇਹ ਆਸ ਜਤਾਈ ਕਿ ਭਾਈ ਕੌਮ ਦੇ ਵਿੱਚ ਇੱਕ ਨਵੀਂ ਚੇਤਨਾ ਹੈ। ਦੂਸਰਾ ਪਰ ਉਹੀ ਖਦਸ਼ਾ ਜੋ ਉਹਨਾਂ ਦਾ ਤਜਰਬਾ ਸੀ 47 ਦੌਰ ਦੀ ਲੀਡਰਸ਼ਿਪ ਨਾਲ ਕਿ ਅਕਾਲੀ ਧੁਰ ਬੇਈਮਾਨ ਨੇ, ਸਿਰੇ ਦੇ ਬੇਈਮਾਨ ਨੇ। ਸੰਤ ਜਰਨੈਲ ਸਿੰਘ ਇੱਕ ਇਮਾਨਦਾਰ ਸਿੱਖ ਨੇ, ਇਹਨਾਂ ਨੂੰ ਚੱਲਣ ਨਹੀਂ ਦੇਣਾ, ਇਹਨਾਂ ਨੇ ਮਰਵਾ ਦੇਣਾ। ਇਹ ਵੱਖਰੀ ਕਹਾਣੀ ਹੈ ਕਿ ਭਾਈ ਉਸ ਸ਼ਹੀਦੀ ਚੋਂ ਸੰਤਾਂ ਦੀ ਜਾਂ ਅੱਜ 40 ਸਾਲ ਬਾਅਦ ਸਾਡੀ ਮੂਵਮੈਂਟ ਕਿੱਥੇ ਹੈ, ਪਰ ਉਹ ਇੱਕ ਇਤਿਹਾਸਕ ਪਿਕਚਰ ਹੈ ਜਿਹਦੇ 'ਚ ਸਰ ਕਪੂਰ ਸਿੰਘ ਭਾਵੇਂ ਉਹ ਸਰੀਰਕ ਤੌਰ 'ਤੇ ਅਜੇ ਬਹੁਤੇ ਹੈਲਥੀ ਨਹੀਂ ਸਨ, ਉਹਨਾਂ ਨੂੰ ਕਿਵੇਂ ਜਿਹੜਾ ਉਹਨਾਂ ਦੇ ਨਾਲ ਮਿਲਾਪ ਹੁੰਦਾ ਹੈ ਸੰਤ ਪਿੰਡਾਂ ਵਾਲਿਆਂ ਦੇ ਨਾਲ। ਔਰ 84 ਦੇ ਦੌਰ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ, ਔਰ ਮੇਰਾ ਵੀ ਜਦੋਂ ਮੈਂ ਕਿਹਾ ਕਿ 84 ਤੋਂ ਬਾਅਦ ਹੀ ਉਹਨਾਂ ਦੇ ਨਾਲ ਮੁਲਾਕਾਤ, ਫਿਰ ਉਹ 2 ਸਾਲ ਹੀ ਸਰਵਾਈਵ ਕੀਤੇ। ਜਦੋਂ ਅਸੀਂ ਗਵਰਨਮੈਂਟ ਦੇ ਵਾਈਟ ਪੇਪਰ ਦੇ ਜਵਾਬ ਦੇ ਵਿੱਚ ਕਾਊਂਟਰ ਵਾਈਟ ਪੇਪਰ ਜਾਰੀ ਕੀਤਾ ਤੇ ਫਿਰ ਅਸੀਂ ਜਿੱਥੇ ਉਹ ਆਪਣੇ ਭਰਾ ਗੰਗਾ ਸਿੰਘ ਦੇ ਘਰ 'ਚ ਰਹਿੰਦੇ ਸੀ, 3 ਜਾਮਨ ਘਰ ਦਾ ਨਾਂ ਸੀ ਜਗਰਾਵਾਂ ਦੇ ਨੇੜੇ, ਉੱਥੇ ਉਹਨਾਂ ਦੇ ਨਾਲ 1 to 1 ਵੀ ਮੁਲਾਕਾਤ, 3-4 ਮੁਲਾਕਾਤਾਂ ਹੋਈਆਂ। ਉਹ ਬੇਸ਼ੱਕ ਬਹੁਤ ਵਾਰ ਵੈਰਾਗ ਦੇ ਵਿੱਚ ਵੀ ਹੁੰਦੇ ਸੀ। ਔਰ ਜਿਵੇਂ ਅਸੀਂ ਕਿਹਾ ਵੀ ਕੌਮ ਅੱਜ ਵੀ ਜੇ ਦੇਖਿਆ ਜਾਏ ਕਿ ਸਿਆਸੀ ਤੌਰ 'ਤੇ ਨਾ ਅਸੀਂ ਉਦੋਂ ਸਿਆਣਪ ਲਈ ਸੀ ਤੇ ਅੱਜ 40 ਸਾਲ ਬਾਅਦ ਘੱਲੂਘਾਰਾ 84 ਤੋਂ ਵੀ ਸ਼ਾਇਦ ਬਹੁਤ ਕੁਝ ਸਿੱਖਿਆ ਨਹੀਂ ਲੱਗਦਾ। ਇਹੀ ਉਹਨਾਂ ਨੂੰ ਹਿਰਖ ਵੀ ਸੀ, ਪਰ ਫਿਰ ਇਸ ਆਸ ਦੇ ਨਾਲ ਉਹ ਇਹ ਕਹਿੰਦੇ ਸੀ ਕਿ ਭਾਈ ਸਾਡਾ ਗੁਰੂ ਬੇਅੰਤ ਹੈ, ਗੁਰੂ ਕਲਗੀਧਰ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ ਦੇ ਵਿੱਚ ਡਿੱਗੇ ਹੋਈਏ, ਗੁਰੂ ਨੇ ਸਾਨੂੰ ਕੱਢ ਲੈਣਾ। ਸੋ ਅੱਜ ਜਦੋਂ ਅਸੀਂ ਸਰ ਸਾਹਿਬ ਨੂੰ ਯਾਦ ਕਰ ਰਹੇ ਹਾਂ ਤੇ ਅਲਾਮਾ ਇਕਬਾਲ ਜਿਹੜੇ ਉਹਨਾਂ ਦੇ ਬਹੁਤ ਪਿਆਰੇ ਵੀ ਸਨ, ਉਹਨਾਂ ਦੇ ਸ਼ੇਅਰ ਦੇ ਨਾਲ ਮੈਂ ਅੱਜ ਦਾ ਪ੍ਰੋਗਰਾਮ ਸਰ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਦਾ ਹਾਂ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।